हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੇਡ ਵੀ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਗੱਲ ਕਰਾਂਗੇ ਕੌਣ ਸੀ ਮਸਤਾਨੇ। ਸੋ ਵੈਸੇ ਤਾਂ ਤੁਸੀਂ ਮੂਵੀ ਵੇਖ ਲਈ ਹੋਵੇਗੀ, ਜੇ ਨਹੀਂ ਵੇਖੀ ਤਾਂ ਜ਼ਰੂਰ ਵੇਖ ਕੇ ਆਇਓ। ਬਹੁਤ ਹੀ ਕਮਾਲ ਦਾ ਵਿਸ਼ਾ ਚੁਣਿਆ ਹੈ ਤੇ ਇਸ ਬਾਰੇ ਹੀ ਅੱਜ ਆਪਾਂ ਥੋੜੀ ਆਪਣੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਮਸਤਾਨੇ ਕੌਣ ਸੀ। ਸੋ ਇਹ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕੀਤਾ ਸੀ। ਮਤਲਬ ਕੁੱਲ ਮਿਲਾ ਕੇ ਨਾਦਰ ਸ਼ਾਹ ਦੇ ਜ਼ੁਲਮਾਂ ਤੋਂ ਇਹ ਕਹਾਣੀ ਸ਼ੁਰੂ ਹੁੰਦੀ ਹੈ ਤੇ ਜੋ ਫਿਲਮ ਵਿੱਚ ਤਰਸੇਮ ਜੱਸੜ ਉਹਨਾਂ ਦਾ ਰੋਲ ਹੈ ਉਸ ਦਾ ਇਸ ਕਹਾਣੀ ਨਾਲ ਕੀ ਸੰਬੰਧ ਹੈ ਉਸ ਬਾਰੇ ਵੀ ਗੱਲ ਕਰਾਂਗੇ। ਸੋ ਇਦਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੇ ਸਾਨੂੰ ਦੇਖਣੀਆਂ ਵੀ ਜ਼ਰੂਰ, ਕਿਉਂਕਿ ਇਦਾਂ ਦੀ ਮੂਵੀ ਬਣਾਉਣ ਲਈ ਜਿਗਰਾ ਚਾਹੀਦਾ ਹੈ। ਸੋ ਮਸਤਾਨੇ ਮੂਵੀ ਦੇ ਆਲੇ ਦੁਆਲੇ ਘੁੰਮ ਰਹੀ ਕੁਝ ਸਟੋਰੀ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਤੇ ਬਾਕੀ ਤੁਸੀਂ ਮਸਤਾਨੇ ਵਿੱਚ ਦੇਖ ਲਿਓ। ਸੋ ਗੱਲ ਸ਼ੁਰੂ ਕਰਦੇ ਹਾਂ ਨਾਦਰ ਸ਼ਾਹ ਤੋਂ, ਜੋ ਇਰਾਨ ਦਾ ਸ਼ਾਸਕ ਸੀ। ਨਾਦਰ ਸ਼ਾਹ ਨੇ ਭਾਰਤ ਤੇ ਪਹਿਲਾ ਹਮਲਾ 1739 ਵਿੱਚ ਕੀਤਾ। ਉਸ ਸਮੇਂ ਸਿੱਖਾਂ ਤੇ ਬਹੁਤ ਮਾੜਾ ਸਮਾਂ ਚੱਲ ਰਿਹਾ ਸੀ। ਹਰ ਰੋਜ਼ ਕਤਲੇਆਮ ਹੁੰਦੇ ਰਹੇ ਤੇ ਆਪਣੀਆਂ ਜਾਨਾਂ ਬਚਾਉਂਦੇ ਸਿੱਖ ਜੰਗਲਾਂ ਵਿੱਚ ਚਲੇ ਗਏ। ਨਾਦਰ ਸ਼ਾਹ ਨੇ ਭਾਰਤ ਨੂੰ ਲੁੱਟਣ ਦਾ ਸਫ਼ਰ ਲਾਹੌਰ ਤੋਂ ਸ਼ੁਰੂ ਕੀਤਾ, ਜਿੱਥੇ ਜ਼ਕਰੀਆ ਖਾਨ ਰਾਜ ਕਰ ਰਿਹਾ ਸੀ, ਜੋ ਕਿ ਸਿੱਖਾਂ ਦਾ ਬਹੁਤ ਕੱਟੜ ਦੁਸ਼ਮਣ ਸੀ। ਪਹਿਲਾਂ ਤਾਂ ਜ਼ਕਰੀਆ ਖਾਨ ਨੇ ਆਪਣੀ ਫੌਜ ਨਾਲ ਲੈ ਕੇ ਨਾਦਰ ਸ਼ਾਹ ਨਾਲ ਜੰਗ ਲੜੀ, ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਹ ਨਾਦਰ ਨਾਲ ਨਹੀਂ ਲੜ ਸਕਦਾ ਤਾਂ ਉਸਨੇ ਹਾਰ ਮੰਨ ਲਈ, ਜਿਸ ਕਰਕੇ ਜ਼ਕਰੀਆ ਖਾਨ ਨੇ ਨਾਦਰ ਨੂੰ 20 ਲੱਖ ਦਾ ਜੁਰਮਾਨਾ ਦਿੱਤਾ। ਪਰ ਨਾਦਰ ਨੇ ਕਿਹਾ ਕਿ ਤੂੰ ਲਾਹੌਰ ਸੰਭ ਲੈ, ਮੈਂ ਦਿੱਲੀ ਲੁੱਟਣ ਚੱਲਿਆ। ਲਾਹੌਰ ਤੋਂ ਚੱਲ ਕੇ ਨਾਦਰ ਸ਼ਾਹ ਹਰ ਵੱਡੇ ਰਾਜੇ ਨਾਲ ਲੜਦਾ ਹੋਇਆ ਤੇ ਖਜ਼ਾਨਾ ਲੁੱਟਦਾ ਹੋਇਆ ਦਿੱਲੀ ਵੱਲ ਵੱਧ ਰਿਹਾ ਸੀ। ਦਿੱਲੀ ਦਾ ਨਵਾਬ ਉਸ ਸਮੇਂ ਮੁਹੰਮਦ ਸ਼ਾਹ ਰੰਗੀਲਾ ਸੀ, ਜੋ ਕਿ ਇੱਕ ਡਰਪੋਕ ਤੇ ਯਾਸ਼ ਬੰਦਾ ਸੀ। ਉਸ ਤੱਕ ਨਾਦਰ ਸ਼ਾਹ ਦੀਆਂ ਖਬਰਾਂ ਪਹੁੰਚ ਰਹੀਆਂ ਸੀ, ਪਰ ਉਹ ਕਹਿੰਦਾ ਕਿ ਦਿੱਲੀ ਅਜੇ ਬਹੁਤ ਦੂਰ ਹੈ। ਉਹ ਆਪਣੀਆਂ ਰੰਗ ਰਲੀਆਂ ਵਿੱਚ ਹੀ ਡੁੱਬਿਆ ਰਹਿੰਦਾ ਤੇ ਜਦੋਂ ਨਾਦਰ ਸ਼ਾਹ ਦਿੱਲੀ ਦੇ ਨੇੜੇ ਪਹੁੰਚ ਗਿਆ ਤਾਂ ਮੁਹੰਮਦ ਸ਼ਾਹ ਰੰਗੀਲੇ ਨੇ ਆਪਣੀ 1 ਲੱਖ ਦੀ ਫੌਜ ਕਰਨਾਲ ਭੇਜੀ, ਜਿੱਥੇ ਦੋਨਾਂ ਫੌਜਾਂ ਦਾ ਟੱਕਰਾ ਹੋਇਆ। ਨਾਦਰ ਸ਼ਾਹ ਦੀ ਫੌਜ ਗਿਣਤੀ ਵਿੱਚ ਤਾਂ ਵੈਸੇ ਘੱਟ ਸੀ, ਪਰ ਉਹ ਜਿੱਤਣ ਦੇ ਜਜ਼ਬੇ ਨਾਲ ਆਏ ਸੀ ਤੇ ਇਹਨਾਂ ਦੀ ਫੌਜ ਨੇ 2 ਘੰਟਿਆਂ ਵਿੱਚ ਹੀ ਮੁਹੰਮਦ ਸ਼ਾਹ ਦੀ ਫੌਜ ਦੇ 30-40 ਹਜ਼ਾਰ ਸਿਪਾਹੀ ਮਾਰ ਦਿੱਤੇ ਤੇ ਬਹੁਤ ਸਾਰੇ ਜ਼ਖਮੀ ਕਰ ਦਿੱਤੇ। ਹੁਣ ਜਿਸ ਫੌਜ ਦਾ ਰਾਜਾ ਹੀ ਰੰਗੀਲਾ ਹੋਵੇ ਜਾਂ ਡਰਪੋਕ ਹੋਵੇ, ਉਸ ਤੋਂ ਉਮੀਦ ਵੀ ਕੀ ਕਰ ਸਕਦੇ ਆ। ਤੇ ਨਾਦਰ ਸ਼ਾਹ ਇੱਥੋਂ ਸਿੱਧਾ ਦਿੱਲੀ ਪਹੁੰਚਿਆ ਤੇ ਮੁਹੰਮਦ ਸ਼ਾਹ ਨੂੰ ਜਦੋਂ ਘੇਰਾ ਪੈਂਦਾ ਦਿਖਿਆ ਤਾਂ ਉਸਨੇ ਕਿਹਾ, ਤੁਸੀਂ ਮੇਰਾ ਤਖਤ ਲੈ ਲਵੋ। ਉਹ ਬਿਨਾਂ ਲੜੇ ਤੋਂ ਹੀ ਡਰ ਕੇ ਹੀ ਹਾਰ ਮੰਨ ਗਿਆ ਤੇ ਨਾਦਰ ਸ਼ਾਹ ਨੇ ਕਿਹਾ ਕਿ ਮੈਂ ਤਖਤ ਤੇ ਬੈਠਣ ਨਹੀਂ ਆਇਆ, ਮੈਂ ਖਜ਼ਾਨਾ ਲੁੱਟਣ ਆਇਆ। ਤੇ ਦਿੱਲੀ ਦਾ ਖਜ਼ਾਨਾ ਮੁਗਲਾਂ ਦੇ ਦਾਦੇ ਪੜਦਾਦਿਆਂ ਦਾ ਇਕੱਠਾ ਕੀਤਾ ਹੋਇਆ ਸੀ, ਜੋ 90 ਕਰੋੜ ਦੇ ਲਗਭਗ ਸੀ। ਇਸ ਵਿੱਚ 70 ਕਰੋੜ ਦੇ ਹੀਰੇ ਜਵਰਾਤ ਸੀ। ਮੁਗਲਾਂ ਦੀਆਂ ਪੀੜ੍ਹੀਆਂ ਦੀ ਕਮਾਈ ਇਹ ਇੱਕ ਝਟਕੇ ਵਿੱਚ ਲੁੱਟ ਕੇ ਲੈ ਗਿਆ ਤੇ ਉੱਥੋਂ ਹੀ ਹਾਥੀ ਘੋੜੇ ਵੀ ਲੁੱਟੇ, ਜਿਨ੍ਹਾਂ ਤੇ ਇਹ ਖਜ਼ਾਨਾ ਲੱਦਿਆ। ਇਸ ਵਿੱਚ ਕੋਹੇ ਨੂਰ ਹੀਰਾ ਵੀ ਸੀ। ਦਿੱਲੀ ਦੇ ਲੋਕਾਂ ਦੇ ਘਰਾਂ ਵਿੱਚੋਂ ਵੀ ਪੈਸੇ ਲੁੱਟੇ ਗਏ ਤੇ ਦਿੱਲੀ ਵਿੱਚ ਇੰਨਾ ਕਤਲੇਆਮ ਕੀਤਾ ਕਿ ਉੱਥੋਂ ਦੀ ਧਰਤੀ ਖੂਨ ਨਾਲ ਭਿੱਜ ਗਈ ਤੇ ਇਹ ਸਾਰਾ ਕੁਝ ਲੁੱਟ ਕੇ ਨਾਦਰ ਸ਼ਾਹ ਦਿੱਲੀ ਤੋਂ ਪੰਜਾਬ ਵੱਲ ਤੁਰ ਪਿਆ। ਇਸ ਨੇ ਦਿੱਲੀ ਤੋਂ ਬਹੁਤ ਸਾਰੀਆਂ ਔਰਤਾਂ ਨੂੰ ਵੀ ਗੁਲਾਮ ਬਣਾ ਲਿਆ ਸੀ। ਨਾਦਰ ਸ਼ਾਹ ਨੇ ਦਿੱਲੀ ਦੇ ਰਾਜੇ ਮੁਹੰਮਦ ਸ਼ਾਹ ਰੰਗੀਲੇ ਨੂੰ ਕਿਹਾ ਕਿ ਮੈਂ ਤੇਰੀ ਕੁੜੀ ਦਾ ਵਿਆਹ ਆਪਣੇ ਮੁੰਡੇ ਨਾਲ ਕਰਨਾ ਚਾਹੁੰਦਾ ਤੇ ਇਹ ਕਹਿ ਕੇ ਉਹ ਮੁਹੰਮਦ ਸ਼ਾਹ ਰੰਗੀਲੇ ਦੀ ਕੁੜੀ ਵੀ ਆਪਣੇ ਨਾਲ ਲੈ ਗਿਆ। ਤੇ ਪੰਜਾਬ ਵਿੱਚ ਉਸ ਸਮੇਂ ਨਵਾਬ ਕਪੂਰ ਸਿੰਘ ਸਿੱਖ ਕੌਮ ਦੀ ਡੋਰ ਸੰਭਾਲ ਰਹੇ ਸੀ। ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਦਿੱਲੀ ਤੋਂ ਇਸ ਤਰ੍ਹਾਂ ਕਤਲੇਆਮ ਮਚਾ ਕੇ ਔਰਤਾਂ ਨੂੰ ਬੰਦੀ ਬਣਾ ਕੇ ਨਾਦਰ ਸ਼ਾਹ ਲਿਆ ਰਿਹਾ ਹੈ, ਤਾਂ ਜੰਗਲਾਂ ਵਿੱਚ ਬੈਠੇ ਸਿੱਖ ਇਸ ਨੂੰ ਲੁੱਟਣ ਦੀਆਂ ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰਨ ਲੱਗੇ। ਇੱਥੇ ਨਾਦਰ ਸ਼ਾਹ ਦਾ ਸਿੱਖਾਂ ਨਾਲ ਸਿੱਧਾ ਤਾਂ ਕੋਈ ਬੈਰ ਨਹੀਂ ਸੀ, ਪਰ ਸਿੱਖਾਂ ਨੇ ਇਹ ਜ਼ਰੂਰ ਦਿਖਾਉਣਾ ਸੀ ਕਿ ਭਾਰਤ ਵਿੱਚ ਅਜੇ ਵੀ ਨਾਦਰ ਸ਼ਾਹ ਦਾ ਸਾਹਮਣਾ ਕਰਨ ਵਾਲੀ ਕੌਮ ਜਿਉਂਦੀ ਹੈ ਤੇ ਸਾਡੇ ਸਾਹਮਣੇ ਕੋਈ ਸਾਡੀਆਂ ਔਰਤਾਂ ਨੂੰ ਬੰਦੀ ਬਣਾ ਕੇ ਨਹੀਂ ਲਿਜਾ ਸਕਦਾ। ਇਸ ਲਈ ਨਾਦਰ ਸ਼ਾਹ ਉੱਤੇ ਹਮਲਾ ਕਰਨ ਦਾ ਸਿੱਖਾਂ ਦਾ ਇੱਕ ਕਾਰਨ ਬਣਿਆ ਤੇ ਇਸ ਨੂੰ ਦੇਖਦੇ ਹੋਏ ਸਿੱਖਾਂ ਨੇ ਰਾਤ ਨੂੰ 12 ਵਜੇ ਨਾਦਰ ਸ਼ਾਹ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਤੇ ਨਾਦਰ ਸ਼ਾਹ ਨੂੰ ਤਾਂ ਹੁਣ ਪਤਾ ਨਹੀਂ ਸੀ ਕਿ ਸਾਡੇ ਤੇ ਕੋਈ ਹਮਲਾ ਹੋਣਾ ਹੈ, ਇਸ ਕਰਕੇ ਉਸ ਦੀ ਫੌਜ ਆਰਾਮ ਵਿੱਚ ਸੀ ਤੇ ਇਸ ਦੌਰਾਨ ਹੀ ਸਿੱਖ ਤੂਫਾਨ ਵਾਂਗ ਆਏ ਤੇ ਉਸ ਦੇ ਕਈ ਸੈਨਿਕਾਂ ਨੂੰ ਮਾਰ ਕੇ ਚਲੇ ਗਏ ਤੇ ਉਸ ਕੋਲ ਕੈਦ ਕੀਤੀਆਂ ਬਹੁਤ ਸਾਰੀਆਂ ਭਾਰਤ ਦੀਆਂ ਔਰਤਾਂ ਨੂੰ ਛਡਾ ਕੇ ਲੈ ਗਏ। ਇਸ ਵਿੱਚ ਕੋਈ ਸਿੱਖ ਨਹੀਂ ਮਰਿਆ ਤੇ ਨਾ ਹੀ ਨਾਦਰ ਸ਼ਾਹ ਉਹਨਾਂ ਨੂੰ ਪਤਾ ਲੱਗਿਆ ਕਿ ਕੀ ਹੋਇਆ ਹੈ। ਇਸ ਤੋਂ ਬਾਅਦ 2 ਕੁ ਦਿਨ ਛੱਡ ਕੇ ਪਹਿਲਾਂ ਵਾਲੇ ਹਮਲੇ ਤੋਂ ਵੱਡਾ ਹਮਲਾ ਕੀਤਾ ਤੇ ਇਹ ਹਮਲਾ ਵੀ ਰਾਤ ਨੂੰ 12 ਵਜੇ ਹੀ ਕੀਤਾ ਸੀ। ਇਸ ਵਾਰ ਨਾਦਰ ਸ਼ਾਹ ਦੀ ਗੁਲਾਮੀ ਤੋਂ ਹੋਰ ਔਰਤਾਂ ਨੂੰ ਛਡਾਇਆ ਗਿਆ ਤੇ ਬਹੁਤ ਸਾਰਾ ਹੋਰ ਸਮਾਨ ਸਿੱਖ ਉੱਥੋਂ ਲੈ ਗਏ, ਪਰ ਇਹ ਹਮਲੇ ਵਿੱਚ ਕੁਝ ਕੁ ਸਿੱਖ ਸ਼ਹੀਦ ਹੋ ਗਏ, ਪਰ ਨਾਦਰ ਸ਼ਾਹ ਦੀ ਫੌਜ ਦਾ ਜ਼ਿਆਦਾ ਨੁਕਸਾਨ ਹੋਇਆ। ਤੇ ਸ਼ਹੀਦ ਸਿੱਖਾਂ ਨੂੰ ਦੇਖ ਕੇ ਨਾਦਰ ਸ਼ਾਹ ਨੇ ਕਿਹਾ ਕਿ ਇਹ ਲੋਕ ਕੌਣ ਨੇ ਜੋ ਮੁੱਠੀ ਭਰ ਨੇ ਪਰ ਆ ਕੇ ਮੇਰਾ ਬਹੁਤ ਨੁਕਸਾਨ ਕਰ ਜਾਂਦੇ ਨੇ। ਪੂਰੇ ਭਾਰਤ ਵਿੱਚ ਮੇਰੇ ਅੱਗੇ ਕਿਸੇ ਨੇ ਸਿਰ ਨਹੀਂ ਚੁੱਕਿਆ, ਪਰ ਇਹ ਮੇਰੇ ਤੇ ਹਮਲਾ ਕਰਦੇ ਨੇ। ਕੌਣ ਨੇ ਇਹ ਬੰਦੇ? ਨਾਦਰ ਸ਼ਾਹ ਨੂੰ ਜ਼ਕਰੀਏ ਖਾਨ ਉੱਤੇ ਵੀ ਸ਼ੱਕ ਸੀ। ਉਸਨੇ ਕਿਹਾ ਕਿ ਇਹ ਹਮਲਾ ਤੂੰ ਕੀਤਾ।
ਤਾਂ ਜ਼ਕਰੀਆ ਨੇ ਕਿਹਾ ਕਿ ਮੇਰੀ ਇੰਨੀ ਔਕਾਤ ਨਹੀਂ ਹੈ ਕਿ ਮੈਂ ਤੁਹਾਡੇ ਤੇ ਹਮਲਾ ਕਰ ਸਕਾਂ, ਇਹ ਲੋਕ ਬਾਗੀ ਨੇ। ਤਾਂ ਨਾਦਰ ਨੇ ਕਿਹਾ ਕਿ ਇਹ ਬਾਗੀਆਂ ਦਾ ਨਹੀਂ, ਫੌਜ ਦਾ ਕੰਮ ਹੈ। ਤੇ ਇਹ ਸੁਣ ਕੇ ਜ਼ਕਰੀਆ ਨੇ ਕਿਹਾ ਕਿ ਉਹ ਖੁਦ ਨੂੰ ਗੁਰੂ ਦੀ ਫੌਜ ਹੀ ਦੱਸਦੇ ਨੇ। ਨਾਦਰ ਨੇ ਕਿਹਾ ਕਿ ਇਹਨਾਂ ਨੇ ਮੇਰੇ ਨਾਲ ਪੰਗਾ ਲਿਆ ਹੈ, ਮੇਰੇ ਤੇ ਹਮਲਾ ਕਰਨ ਦੀ ਜੁਰਤ ਕੀਤੀ ਹੈ, ਇਹਨਾਂ ਦੇ ਘਰ ਫੂਕ ਦਿਓ। ਜ਼ਕਰੀਆ ਨੇ ਇਹ ਸੁਣ ਕੇ ਕਿਹਾ ਕਿ ਇਹਨਾਂ ਦੇ ਘਰ ਕਿਵੇਂ ਫੂਕ ਦਈਏ, ਇਹ ਤਾਂ ਜੰਗਲਾਂ ਵਿੱਚ ਰਹਿੰਦੇ ਨੇ ਤੇ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਨੇ ਤੇ ਛੋਲਿਆਂ ਨੂੰ ਬਦਾਮ ਸਮਝ ਕੇ ਖਾਂਦੇ ਨੇ। ਨਾਦਰ ਸ਼ਾਹ ਨੇ ਕਿਹਾ ਕਿ ਤੇਰੀ ਕਹਾਣੀ ਬਹੁਤ ਵਧੀਆ ਹੈ, ਪਰ ਜੇਕਰ ਤੇਰੀ ਇਹ ਕਹਾਣੀ ਸੱਚ ਹੈ ਤਾਂ ਇਹਦੇ ਪਾਤਰ ਵੀ ਪੇਸ਼ ਕਰ। ਤੇ ਇਹ ਸੁਣ ਕੇ ਇਸ ਤੋਂ ਬਾਅਦ ਫਿਰ ਜ਼ਕਰੀਆ ਖਾਨ ਨੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣਾ ਸ਼ੁਰੂ ਕੀਤਾ। ਇਸ ਨੇ ਬਹੁਤ ਜ਼ਿਆਦਾ ਕਤਲੇਆਮ ਕੀਤਾ, ਘਰਾਂ ਵਿੱਚੋਂ ਚੱਕ ਕੇ ਸਿੱਖਾਂ ਨੂੰ ਮਾਰਿਆ ਗਿਆ। ਇਸ ਦੇ ਰਾਜ ਵਿੱਚ ਹੀ ਭਾਈ ਤਾਰੂ ਸਿੰਘ ਤੇ ਭਾਈ ਮਨੀ ਸਿੰਘ ਜੀ ਦੀਆਂ ਸ਼ਹਾਦਤਾਂ ਹੋਈਆਂ ਸੀ। ਇਹ ਸਿੱਖਾਂ ਦਾ ਬਹੁਤ ਵੱਡਾ ਦੁਸ਼ਮਣ ਸੀ। ਨਾਦਰ ਸ਼ਾਹ ਨੇ ਇਸ ਨੂੰ ਕਿਹਾ ਸੀ ਕਿ ਇਹ ਤੇਰਾ ਇਲਾਕਾ ਹੈ ਜਿੱਥੇ ਮੇਰਾ ਸਮਾਨ ਲੁੱਟਿਆ ਗਿਆ, ਤੂੰ ਜਾ ਕੇ ਇਹਨਾਂ ਨੂੰ ਫੜ ਕੇ ਲਿਆ। ਪਰ ਜ਼ਕਰੀਆ ਖਾਨ ਸਿੱਖਾਂ ਬਾਰੇ ਜਾਣਦਾ ਸੀ, ਉਸਨੇ ਕੋਸ਼ਿਸ਼ ਵੀ ਕੀਤੀ ਪਰ ਉਸ ਤੋਂ ਸਿੱਖਾਂ ਨੂੰ ਫੜਿਆ ਨਾ ਗਿਆ। ਤੇ ਹੁਣ ਫਿਰ ਇੱਥੇ ਕਹਾਣੀ ਵਿੱਚ ਆਉਂਦੇ ਨੇ ਮੀਰ ਆਲਮ, ਜਿਨ੍ਹਾਂ ਨੂੰ ਭੰਡ ਵੀ ਕਿਹਾ ਜਾਂਦਾ ਹੈ। ਜ਼ਕਰੀਆ ਖਾਨ ਨੇ ਕਿਹਾ ਕਿ ਆਪਾਂ ਨਾਦਰ ਸ਼ਾਹ ਨੂੰ ਦਿਖਾਉਣ ਲਈ ਇਹਨਾਂ ਤੋਂ ਨਕਲ ਕਰਵਾ ਲੈਂਦੇ ਆ, ਇਹਨਾਂ ਨੂੰ ਨਕਲੀ ਸਿੱਖ ਬਣਾ ਕੇ। ਜ਼ਕਰੀਆ ਖਾਨ ਨੇ ਆਪਣੇ ਸਿਪਾਹੀ ਪਿੰਡਾਂ ਵਿੱਚ ਭੇਜੇ ਤੇ ਕਿਹਾ ਕਿ ਜੋ ਸਿੱਖਾਂ ਬਾਰੇ ਜਾਣਦੇ ਨੇ ਉਹਨਾਂ ਨੂੰ ਫੜ ਕੇ ਲੈ ਕੇ ਆਓ ਤਾਂ ਕਿ ਉਹਨਾਂ ਕੋਲੋਂ ਸਿੱਖਾਂ ਬਾਰੇ ਜਾਣਿਆ ਜਾ ਸਕੇ। ਤੇ ਫਿਰ ਸਿਪਾਹੀਆਂ ਨੂੰ ਭੰਡ ਮਿਲ ਗਈ, ਮਤਲਬ ਕਿ ਇਹ ਮੀਰ ਆਲਮ। ਤੇ ਸਾਨੂੰ ਪਤਾ ਹੀ ਹੈ ਕਿ ਇਹ ਨਕਲ ਕਰਨ ਵਿੱਚ ਮਾਹਰ ਹੁੰਦੇ ਨੇ। ਤੇ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਿੱਖਾਂ ਦੀ ਨਕਲ ਕਰਨੀ ਹੈ ਤਾਂ ਇਹ ਮੀਰ ਆਲਮ ਮੰਨ ਗਏ, ਕਿਉਂਕਿ ਇਹਨਾਂ ਨੂੰ ਮੰਨਣਾ ਹੀ ਪੈਣਾ ਸੀ, ਜਵਾਬ ਇਹ ਦੇ ਨਹੀਂ ਸਕਦੇ ਸੀ। ਤੇ ਫਿਰ ਮਹਿਲ ਵਿੱਚ ਪੂਰੀ ਤਿਆਰੀ ਕੀਤੀ ਗਈ, ਜਿੱਥੇ ਜ਼ਕਰੀਆ ਖਾਨ, ਨਾਦਰ ਸ਼ਾਹ ਤੇ ਹੋਰ ਬਹੁਤ ਸਾਰੇ ਲੋਕ ਬੁਲਾਏ ਗਏ। ਤੇ ਫਿਰ ਇਹ ਦੇਖ ਕੇ ਜ਼ਕਰੀਆ ਖਾਨ ਨੇ ਕਿਹਾ ਕਿ ਤੁਸੀਂ ਸਿੱਖਾਂ ਦੀ ਨਕਲ ਕਰਕੇ ਦਿਖਾਓ ਕਿ ਸਿੱਖ ਕੌਣ ਨੇ ਤੇ ਕੀ ਚੀਜ਼ ਨੇ। ਤਾਂ ਇਹਨਾਂ ਨੇ ਸਿੱਖੀ ਪਹਿਰਾਵਾ ਪਹਿਨਿਆ ਤੇ ਨਾਦਰ ਸ਼ਾਹ ਦੇ 20-25 ਸਿਪਾਹੀ ਮੰਗੇ ਜੋ ਨਾਟਕ ਵਿੱਚ ਉਹਨਾਂ ਦੀ ਮਦਦ ਕਰ ਸਕਣ। ਸੋ ਹਾਲੇ ਤੱਕ ਨਾਦਰ ਨੂੰ ਨਹੀਂ ਪਤਾ ਸੀ ਕਿ ਇਹ ਅਸਲੀ ਸਿੱਖ ਨੇ ਜਾਂ ਨਕਲੀ। ਇਹ ਸਿਪਾਹੀ ਪੂਰੇ ਤਿਆਰ ਕਰਕੇ ਬੁਲਾਏ ਗਏ ਤੇ ਉਹਨਾਂ ਨੇ ਅਰਦਾਸ ਕੀਤੀ ਤੇ ਫਿਰ ਰਾਜ ਕਰੇਗਾ ਖਾਲਸਾ ਦੇ ਨਾਅਰੇ ਲਾਉਣੇ ਸ਼ੁਰੂ ਕੀਤੇ। ਤੇ ਇਹ ਆਵਾਜ਼ਾਂ ਸੁਣ ਕੇ ਜ਼ਕਰੀਆ ਖਾਨ ਸੁੰਨ ਹੋਣ ਲੱਗਾ ਤੇ ਉਸਨੇ ਆਪਣੇ ਸਿਪਾਹੀਆਂ ਨੂੰ ਇਹਨਾਂ ਉੱਤੇ ਹਮਲਾ ਕਰਨ ਬਾਰੇ ਕਿਹਾ। ਕਿ ਜੋ ਮੀਰ ਆਲਮ ਨਕਲ ਕਰਨ ਲਈ ਸਿੱਖੀ ਬਾਣੇ ਵਿੱਚ ਸੀ, ਉਹਨਾਂ ਨੇ ਕਿਰਪਾਨਾਂ ਲਹਿਰਾ ਕੇ ਐਲਾਨ ਕੀਤਾ ਤੇ ਉੱਥੇ ਫਿਰ ਯੁੱਧ ਸ਼ੁਰੂ ਹੋ ਗਿਆ। ਕੁਝ ਕੁ ਪਲਾਂ ਵਿੱਚ ਨਾਦਰ ਸ਼ਾਹ ਦੇ ਕਾਫੀ ਸਿਪਾਹੀ ਮਾਰੇ ਗਏ। ਨਾਦਰ ਨੇ ਜ਼ਕਰੀਏ ਨੂੰ ਇੱਥੇ ਕਿਹਾ ਸੀ ਕਿ ਜੇ ਤੇਥੋਂ ਕੁਝ ਹੁੰਦਾ ਹੈ ਤਾਂ ਕਰ ਲੈ, ਨਹੀਂ ਕਿਤੇ ਆਉਣ ਵਾਲੇ ਸਮੇਂ ਵਿੱਚ ਇਹ ਪੰਜਾਬ ਤੇ ਰਾਜ ਨਾ ਕਰ ਲੈਣ। ਤੇ ਅਰਦਾਸ ਤੋਂ ਬਾਅਦ ਜੋ ਮੰਜ਼ਰ ਉੱਥੇ ਬਣਿਆ ਉਹ ਤੁਸੀਂ ਮੂਵੀ ਵਿੱਚ ਦੇਖ ਸਕਦੇ ਹੋ। ਤੇ ਇਸ ਤਰ੍ਹਾਂ ਦੀਆਂ ਉਸ ਸਮੇਂ ਦੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਮਸਤਾਨੇ ਮੂਵੀ ਵਿੱਚ ਦਿਖਾਈਆਂ ਗਈਆਂ ਨੇ। ਸੋ ਤੁਸੀਂ ਪੂਰੇ ਪਰਿਵਾਰ ਨਾਲ ਜਾ ਕੇ ਇਹ ਮੂਵੀ ਦੇਖ ਸਕਦੇ ਹੋ। ਤੇ ਸਾਡੇ ਇਤਿਹਾਸ ਵਿੱਚ ਅਜਿਹੀਆਂ ਬਹੁਤ ਕਹਾਣੀਆਂ ਨੇ ਜਿਨ੍ਹਾਂ ਤੇ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਤੇ ਜਿਸ ਦੀ ਕੋਸ਼ਿਸ਼ ਤਰਸੇਮ ਜੱਸੜ ਤੇ ਉਹਨਾਂ ਦੀ ਟੀਮ ਨੇ ਕੀਤੀ ਹੈ। ਸੋ ਸਾਨੂੰ ਜ਼ਰੂਰ ਸਪੋਰਟ ਦਿਖਾਉਣੀ ਚਾਹੀਦੀ ਹੈ, ਤਾਂ ਹੀ ਫਿਊਚਰ ਵਿੱਚ ਇਸ ਤਰ੍ਹਾਂ ਦਾ ਸਿਨੇਮਾ ਦੇਖਣ ਨੂੰ ਮਿਲੇਗਾ। ਸੋ ਹਰੇਕ ਸਿਨੇਮਾ ਇਸੇ ਤਰ੍ਹਾਂ ਵੱਡਾ ਹੁੰਦਾ ਹੈ। ਹੋ ਸਕਦਾ ਫਿਲਮ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣ, ਪਰ ਫਿਰ ਵੀ ਜੇਕਰ ਅਸੀਂ ਸਪੋਰਟ ਦਿੰਨੇ ਆ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਇਸ ਤੋਂ ਬਿਹਤਰ ਪ੍ਰੋਜੈਕਟ ਹੋਰ ਦੇਖਣ ਨੂੰ ਮਿਲਣਗੇ। ਹਰੇਕ ਸਿਨੇਮਾ ਇਸੇ ਤਰ੍ਹਾਂ ਵੱਡਾ ਹੁੰਦਾ ਹੈ, ਜਿਵੇਂ ਕਿ ਸਾਊਥ ਦੀਆਂ ਫਿਲਮਾਂ ਵੱਡੀਆਂ ਬਣੀਆਂ, ਜਿਵੇਂ ਕਿ ਤੁਸੀਂ ਦੇਖੀ ਹੋਵੇਗੀ ਬਾਹੂਬਲੀ ਜਾਂ ਕਾਂਤਾਰਾ, ਉਹ ਆਪਣੀਆਂ ਜੜ੍ਹਾਂ ਨਾਲ ਜੁੜੀਆਂ ਹੋਈਆਂ ਕਹਾਣੀਆਂ ਸੀ। ਉਸੇ ਤਰ੍ਹਾਂ ਮਸਤਾਨੇ ਫਿਲਮ ਹੈ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ, ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਕਰ ਸਕਦੇ ਹੋ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।